कार्यक्रम में सर्वंशदानी साहिब कमाल श्री गुरु गोबिंद सिंह जी महाराज का संक्षिप्त जीवन परिचय दिखाया जाएगा। इस शो को आप गुरदास मान की आवाज में सुनेंगे, जिसे उन्होंने ही संगीतबद्ध किया है। इस शो की स्क्रिप्ट पटना के तख्त श्री हरमंदिर साहब के जत्थेदार श्री ज्ञानी इकबाल सिंह जी ने लिखी है। दर्शकों से अनुरोध है कि शो के दौरान लेजर की किरणों के सामने न जाएं और अपने मोबाइल के कैमरे या अन्य किसी भी कैमरे का उपयोग न करें। इससे अन्य दर्शकों को शो देखने में असुविधा होती है। लेजर शो का भरपूर आनंद उठाएं। तो चलिए, मैं और आप साथ साथ करते हैं उल्टी गिनती की शुरुआत। बोलिए 9, 8, 7, 6, 4, 3, 2, 1, स्टार्ट। सब गोविंद है, सब गोविंद है, गोविंद बिन नहीं कोई। कुदरत के सब बंदे एक नूर दे सब जग उपजा। कौन भले कौन मंदे। या ही काज धरा हम जन्मन, समझ ले हो साधु सब मनमन। धर्म चलावन संत उभारन, दुष्ट सबन को मूल उफारन। या ही काज धरा हम जन्मन। वाहिगुरु जी का खालसा, वाहिगुरु जी की फतेह। कलगीधर पातशाह जी की सादी नवाजी प्यारी साध संगत जी, पटना साहिब विखे आप जी का निੱਘਾ स्वागत है। जी आया। ਅੱਜ ਅਸੀਂ ਆਪ ਜੀ ਨੂੰ ਇੱਕ ਐਸੇ ਮਹਾਨ ਯੁੱਗ ਪੁਰਸ਼ ਦੀ ਕਥਾ ਸੁਣਾਉਂਦੇ ਹਾਂ ਜਿਨ੍ਹਾਂ ਦੇ ਅਵਤਾਰ ਧਾਰਨ ਨਾਲ ਤ੍ਰਿਲੋਕੀ ਵਿੱਚ ਧਰਮ ਦੀ ਜੈ ਜੈਕਾਰ ਹੋਈ। ਪੂਰੇ ਭਾਰਤ ਵਰਸ਼ ਦਾ ਇਤਿਹਾਸ ਗੌਰਵਸ਼ਾਲੀ ਹੋਇਆ। ਬਿਹਾਰ ਦੀ ਧਰਤੀ ਉੱਤੇ ਪਟਨਾ ਸ਼ਹਿਰ ਨੂੰ ਭਾਗ ਲੱਗ ਗਿਆ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਸੰਮਤ 1723 ਪੋਹ ਦੀ 7ਵੀਂ ਯਾਨੀ 22 ਦਸੰਬਰ 1666 ਨੂੰ ਹੋਇਆ। ਕਥਾ ਇਸ ਪ੍ਰਕਾਰ ਹੈ ਕਿ ਜਦੋਂ 9ਵੇਂ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ, ਧਰਮ ਪਤਨੀ ਸ਼੍ਰੀ ਗੁਜਰੀ ਜੀ ਅਤੇ ਆਪਣੇ ਸਾਲਾ ਸਾਹਿਬ ਭਾਈ ਸ਼੍ਰੀ ਕਿਰਪਾਲ ਚੰਦ ਜੀ ਦੇ ਨਾਲ ਪਟਨਾ ਸ਼ਹਿਰ ਪਧਾਰੇ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੇਲੇ ਸਾਲਸ ਰਾਏ ਜੌਹਰੀ ਨੂੰ ਆਪਣੇ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਤੇ ਇਸੇ ਜਗ੍ਹਾ ਨੂੰ ਆਪਣੀ ਕਿਰਪਾ ਨਾਲ ਸਿੱਖ ਧਰਮ ਦਾ ਪਹਿਲਾ ਤੇ ਵੱਡਾ ਪ੍ਰਚਾਰ ਕੇਂਦਰ ਵੀ ਸਥਾਪਿਤ ਕੀਤਾ ਸੀ, ਜਿਸ ਦਾ ਪ੍ਰਮੁੱਖ ਪ੍ਰਚਾਰਕ ਸਾਲਸ ਰਾਏ ਜੌਹਰੀ ਨੂੰ ਬਣਾਇਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਲਸ ਰਾਏ ਦੀ ਹਵੇਲੀ ਵਿੱਚ 4 ਮਹੀਨੇ ਰਹੇ, ਜਿਸ ਕਾਰਨ ਬਿਹਾਰ ਵਿੱਚ ਅੱਜ ਵੀ ਸੈਂਕੜੇ ਨਾਨਕਪੰਥੀ ਮੱਠ ਹਨ। ਜਦੋਂ ਗੁਰੂ ਜੀ ਇੱਥੋਂ ਜਾਣ ਲੱਗੇ ਤਾਂ ਸਾਲਸ ਰਾਏ ਨੇ ਬੇਨਤੀ ਕੀਤੀ ਕਿ ਗੁਰੂ ਜੀ, ਹੁਣ ਆਪ ਜੀ ਦੇ ਦਰਸ਼ਨ ਕਦੋਂ ਹੋਣਗੇ? ਤਾਂ ਗੁਰੂ ਜੀ ਨੇ ਉਹਨਾਂ ਨੂੰ ਵਚਨ ਦਿੱਤਾ ਕਿ ਜਦੋਂ ਅਸੀਂ ਆਪਣਾ 10ਵਾਂ ਸਵਰੂਪ ਧਾਰਨ ਕਰਾਂਗੇ। ਇਸੇ ਹਵੇਲੀ ਵਿੱਚ ਕੁਝ ਸਾਲ ਵੀ ਗੁਜ਼ਾਰਾਂਗੇ। तह प्रकाश हमारा भैयो, पटना शहर दिखे भवलई। इस महान युग पुरुष का नाम गोबिंद राय रखा गया। जिस वक्त गुरु जी ने अवतार धारिया, ठीक उस समय सैकड़ों मील दूर पंजाब के एक पिंड घड़ाम विखे, जो पटियाला जिले में आता है, उतों के एक महान सूफी संत बाबा भीखन शाह, जिन्होंने पीर भीखम शाह जी करके भी पुकारते हैं, उन्होंने पूर्व दिशा में एक अलौकिक प्रकाश का अनुभव होया ते पता लग गया कि रब खुद संसार में मनुखी जामा लैके प्रगट होया है। उन्होंने पश्चिम वाल काबे में सजदा ना करके पूर्व दिशा वाल मुख करके नमाज पढ़ी ते दुआ सलाम की। पीर भीखम शाह अपने खास 2 मुरीदां नूं नाल लेके पटना वाल नूं चल गए। पटना पहुंच के उन्होंने बाल स्वरूप गोबिंद राय जी के दर्शन लई भाई किरपाल चंद जी नूं बेनती की, पर तीसरे दिन जाके उन्होंने गुरु जी के दर्शन करने का सुभाग प्राप्त होया। उन्होंने 2 मिट्टी के कुजे, एक हिंदू की दुकान तो
ਤੇ ਦੂਜਾ ਮੁਸਲਮਾਨ ਦੀ ਦੁਕਾਨ ਤੋਂ ਖਰੀਦਿਆ। ਦੋਨਾਂ ਵਿੱਚ ਮਠਿਆਈ ਸੀ। ਗੁਰੂ ਜੀ ਅੱਗੇ ਇਹ ਸੋਚ ਕੇ ਪੇਸ਼ ਕੀਤੇ ਕਿ ਜੇ ਹਿੰਦੂ ਵਾਲੇ ਕੁਝੇ ਨੂੰ ਹੱਥ ਲਾਇਆ ਤਾਂ ਸਾਰੇ ਪਾਸੇ ਹਿੰਦੂ ਧਰਮ ਹੋਏਗਾ, ਜੇ ਮੁਸਲਮਾਨ ਵਾਲੇ ਕੁਝੇ ਨੂੰ ਹੱਥ ਲਾਇਆ ਤਾਂ ਮੁਸਲਮਾਨਾਂ ਦਾ ਧਰਮ ਜ਼ੋਰ ਪਕੜੇਗਾ। ਪਰ ਗੁਰੂ ਸਾਹਿਬ ਨੇ ਆਪਣੀ ਕਿਰਪਾ ਦ੍ਰਿਸ਼ਟੀ ਬਖਸ਼ਦੇ ਹੋਏ ਸਾਂਝੀ ਵਾਲਤਾ ਦੇ ਦੋਨੋਂ ਹੱਥ ਦੋਨੋਂ ਕੁਝਿਆਂ ਤੇ ਰੱਖ ਦਿੱਤੇ। ਮਾਨਸ ਕੀ ਜਾਤ ਸਭੈ ਏਕ ਹੀ ਪਹਿਚਾਨ ਲੋ। ਗੁਰੂ ਜੀ ਦੀ ਕਰਾਮਾਤੀ ਲੀਲਾ ਨੂੰ ਵੇਖ ਕੇ ਪੀਰ ਭੀਖਮ ਸ਼ਾਹ ਜੀ ਅਤੀ ਪ੍ਰਸੰਨ ਹੋਏ। ਬਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਭੀਖਮ ਸ਼ਾਹ ਜੀ ਖੁਸ਼ੀ ਵਾਪਸ ਲੌਟ ਆਏ। ਲਗਭਗ 7 ਸਾਲ ਤੱਕ ਬਾਲ ਗੋਬਿੰਦ ਰਾਏ ਜੀ ਪਟਨਾ ਸ਼ਹਿਰ ਵਿੱਚ ਰਹੇ, ਜਿੱਥੇ ਗੁਰੂ ਸਾਹਿਬ ਦੀਆਂ ਯਾਦਾਂ ਯਾਦ ਕਰ ਕਰਕੇ ਪਟਨਾ ਵਾਸੀ ਆਨੰਦਿਤ ਹੁੰਦੇ ਹਨ। ਉੱਥੇ ਪੂਰੇ ਦਾ ਪੂਰਾ ਭਾਰਤ ਵਰਸ਼ ਵੀ ਉਹਨਾਂ ਦੀਆਂ ਬਾਲ ਲੀਲਾਵਾਂ ਨੂੰ ਯਾਦ ਕਰਕੇ ਗਦਗਦ ਹੋ ਉੱਠਦਾ ਹੈ। ਗੰਗਾ ਦੇ ਕਿਨਾਰੇ ਜਿੱਥੇ ਗੋਬਿੰਦ ਘਾਟ ਹੈ, ਉੱਥੇ ਪੰਡਿਤ ਸ਼ਿਵਦੱਤ ਨੂੰ ਉਹਨਾਂ ਦੀ ਭਾਵਨਾ ਅਨੁਸਾਰ ਸਾਖਸ਼ਾਤ ਭਗਵਾਨ ਸ਼੍ਰੀ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕੀਤਾ। ਪੰਡਿਤ ਸ਼ਿਵਦੱਤ ਨੇ ਰਾਜਾ ਫਤਿਹ ਚੰਦ ਮੈਣੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਪਟਨਾ ਸ਼ਹਿਰ ਵਿੱਚ ਸਾਖਸ਼ਾਤ ਭਗਵਾਨ ਸ਼੍ਰੀ ਰਾਮ ਅਵਤਰਤ ਹੋਏ ਨੇ। ਫਤਿਹ ਚੰਦ ਜੀ ਦੇ ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਦੀ ਰਾਣੀ ਵਿਸ਼ੰਭਰਾ ਦੇਵੀ ਨੇ ਪ੍ਰਾਰਥਨਾ ਕੀਤੀ ਕਿ ਸਾਨੂੰ ਆਪ ਜੀ ਵਰਗਾ ਪੁੱਤਰ ਮਿਲੇ। ਗੁਰੂ ਜੀ ਰਾਣੀ ਦੀ ਗੋਦ ਵਿੱਚ ਬੈਠਦੇ ਹੋਏ ਬੋਲੇ, ਮੇਰੇ ਵਰਗਾ ਤੇ ਮੈਂ ਹੀ ਹਾਂ, ਮੈਨੂੰ ਹੀ ਆਪਣਾ ਪੁੱਤਰ ਮੰਨੋ। ਇਸ ਤੋਂ ਬਾਅਦ ਰਾਜਾ ਫਤਿਹ ਚੰਦ ਮੈਣੀ ਨੇ ਆਪਣੇ ਰਾਜ ਮਹਿਲ ਨੂੰ ਗੋਬਿੰਦ ਰਾਏ ਦੇ ਨਾਮ ਕਰਕੇ ਗੁਰਦੁਆਰਾ ਬਣਾ ਦਿੱਤਾ, ਜੋ ਮੈਣੀ ਸੰਗਤ ਗੁਰਦੁਆਰਾ ਦੇ ਨਾਮ ਨਾਲ ਮਸ਼ਹੂਰ ਹੈ। सब गोविंद है आरे आरे। ਬਾਲ ਗੁਰੂ ਗੋਬਿੰਦ ਰਾਏ ਜੀ ਦੇ ਅਨੰਦਪੁਰ ਪਹੁੰਚਣ ਦੇ ਬਾਅਦ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰੀਆਂ। ਗੁਰੂ ਜੀ ਅਜੇ 9 ਸਾਲ ਦੇ ਹੀ ਸਨ। ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ 500 ਬ੍ਰਾਹਮਣ ਅਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਹੇ ਧਰਮ ਰਕਸ਼ਕ, ਧਰਮ ਮੂਰਤੀ ਗੁਰੂ ਜੀਓ, ਤੁਸੀਂ ਹੀ ਸਾਡੇ ਦਿਲ ਤੇ ਜੰਜੂ ਦੇ ਰਾਖੇ ਹੋ। ਪੰਡਤਾਂ ਦੀ ਇਸ ਤਰ੍ਹਾਂ ਦੀ ਲੰਮੀ ਚੌੜੀ ਦੁੱਖ ਪਰਿਵਾਰ ਤੋਂ ਸੁਣ ਕੇ ਗੁਰੂ ਜੀ ਕੁਝ ਸੋਚਣ ਲੱਗ ਪਏ। ਇੰਨੇ ਚਿਰ ਨੂੰ ਖੇਡਦੇ ਖੇਡਦੇ ਬਾਲ ਗੁਰੂ ਗੋਬਿੰਦ ਰਾਏ ਜੀ ਆ ਗਏ ਤੇ ਆਪਣੇ ਪਿਤਾ ਤੋਂ ਇਸ ਚੁੱਪ ਦਾ ਕਾਰਨ ਪੁੱਛਿਆ। ਪਿਤਾ ਜੀ ਨੇ ਉੱਤਰ ਦਿੱਤਾ, ਬੇਟਾ, ਇਹ ਕਸ਼ਮੀਰੀ ਪੰਡਤ ਨੇ, ਇਹਨਾਂ ਦਾ ਧਰਮ ਬਚਾਉਣ ਲਈ ਕਿਸੇ ਵੱਡੇ ਮਹਾਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ। ਬਾਲ ਗੁਰੂ ਗੋਬਿੰਦ ਜੀ ਬੋਲ ਪਏ ਕਿ ਤੁਸਾਂ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਖੁਦ ਦੇ ਦਿੱਤੀ। ਗੁਰੂ ਜੀ ਨੂੰ ਦਿੱਲੀ ਲਿਆ ਕੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। ਹਰ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੱਤੇ ਗਏ, ਪਰ ਗੁਰੂ ਜੀ ਨੇ ਧਰਮ ਪਰਿਵਰਤਨ ਨਹੀਂ ਮੰਨਿਆ। ਅਖੀਰ ਉਹਨਾਂ ਦਾ ਸੀਸ ਚਾਂਦਨੀ ਚੌਕ ਦਿੱਲੀ ਵਿੱਚ ਕੱਟ ਕੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। सूरा सो पहचानिए जो नरे दीन के, उड़ता उड़ता जग मरे, उड़ता उड़ता जग मरे, कबू न छाड़े खेत, कबू न छाड़े खेत। चलो पीछे जाओ से जाओ, चलो पीछे जाओ से जाओ, चलो पीछे जाओ से ਗੁਰੂ ਤੇਗ ਬਹਾਦਰ ਜੀ ਦੀ ਸਲਾਸਾਨੀ ਕੁਰਬਾਨੀ ਦੇ ਨਾਲ ਪੂਰਾ ਦੇਸ਼ ਕੰਬ ਉੱਠਿਆ। ਲਗਭਗ 200 ਸਾਲ ਦੇ ਸਿੱਖ ਧਰਮ ਨੂੰ ਵਿਕਾਸ ਅਤੇ ਉਚਾਈਆਂ ਤੇ ਲੈ ਜਾਣਾ, ਖਾਲਸਾ ਪੰਥ ਦੀ ਸਥਾਪਨਾ ਕਰਨਾ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਤਤਪਰ ਰਹਿਣ ਦੀ ਹੁਣ 9 ਸਾਲ ਦੇ 10 ਗੁਰੂ ਗੋਬਿੰਦ ਰਾਏ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ। ਉਹਨਾਂ ਨੇ ਸ਼ਕਤੀ ਸੰਗਠਨ ਅਤੇ ਸਨਾਤਨ ਧਰਮ ਦੇ ਸਾਰੇ ਧਰਮ ਗ੍ਰੰਥਾਂ ਨੂੰ ਬਿਰਧ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਹਿਮਾਚਲ ਦੀਆਂ ਪਹਾੜੀਆਂ ਵਿੱਚ ਪੌਂਟਾ ਸਾਹਿਬ ਨਗਰ ਵਸਾਇਆ। ਲਗਭਗ 10 ਸਾਲਾਂ ਵਿੱਚ ਉਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੇ ਇਤਿਹਾਸਕ ਪੁਰਾਣਕ ਗ੍ਰੰਥਾਂ ਦਾ ਅਨੁਵਾਦ ਕੀਤਾ। 52 ਕਵੀਆਂ ਦੁਆਰਾ ਵੀਰ ਰਸ ਕਾਵਿ ਦੀ ਰਚਨਾ ਕਰਵਾਈ ਅਤੇ ਆਪ ਵੀ ਉਹਨਾਂ ਨੇ ਵੀਰ ਰਸ ਨਾਲ ਭਰੇ ਛੰਦਾਂ ਤੇ ਸਤੋਤਰਾਂ ਦੀ ਰਚਨਾ ਕੀਤੀ। ਉਹਨਾਂ ਨੇ ਹਿੰਦੂ ਸ਼ਾਸਤਰਾਂ ਦੀਆਂ ਕਈ ਰਚਨਾਵਾਂ ਨੂੰ ਆਪਣੀ ਭਾਸ਼ਾ ਵਿੱਚ ਰੂਪਾਂਤਰਿਤ ਕੀਤਾ, ਜਿਸ ਵਿੱਚ ਵੀਰ ਰਸ ਦੀ ਪ੍ਰਧਾਨਗੀ ਸੀ। ਗੁਰੂ ਜੀ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥੀ ਵਿੱਚ ਪੁਰਾਣਕ ਕਥਾਵਾਂ, ਧਰਮ ਦਰਸ਼ਨ, ਇਤਿਹਾਸ ਅਤੇ ਸਾਹਿਤ ਦਾ ਸੰਗ੍ਰਹਿ, ਛੰਦ, ਅਲੰਕਾਰਾਂ ਨਾਲ ਸ਼ੋਭਤ ਉਹਨਾਂ ਦੀ ਭਾਸ਼ਾ ਵਿੱਚ ਵੀਰ ਰਸ ਪ੍ਰਧਾਨ ਸੀ। ਪੌਂਟਾ ਸਾਹਿਬ ਵਿੱਚ ਹੀ ਦਸਮ ਗੁਰੂ ਜੀ ਨੇ ਸਿੱਖਾਂ ਨੂੰ ਘੁੜਸਵਾਰੀ, ਤੀਰ ਅੰਦਾਜ਼ੀ ਤੇ ਅਖੇਟ ਵਿਦਿਆ ਵਿੱਚ ਨਿਪੁੰਨ ਕੀਤਾ। 72 ਨਾਟਕ ਵਿੱਚ ਲਿਖੀ ਉਹਨਾਂ ਦੀ ਆਤਮ ਕਥਾ ਤੇ ਔਰੰਗਜ਼ੇਬ ਨੂੰ ਲਿਖੇ ਵਿਜੇ ਪੱਤਰ ਜ਼ਫਰਨਾਮਾ ਤੋਂ ਇਹ ਸਾਫ਼ ਹੈ ਕਿ ਉਹ ਪਿਆਰ ਮੁਹੱਬਤ ਨੂੰ
किरणा ते बदले की भावना तो उपर मनते सन। लेकिन जे कोई जानबूझ के सामने वाले को नुकसान पहुंचाना चाहता है तो स्वै रक्षा की खातर उसका मुकाबला करना हर हाल में ते हर तरीके नाल उचित। सुख कर मन दे कबू न करूं मर सोच बुझाए लरूं निश्चय कर अपनी जीत करूं। अरे सिख हूँ अपने ही मन को, अरे सिख हूँ अपने ही मन को, लालच हो गुण कौन जब याद की याद निगार पड़े हथ हिरण दे तब जूझ मरूं। जब याद की याद निगार पड़े हथ हिरण दे तब जूझ मरूं। एक शिवा मन हो गई है, शिवा मन हो गई है। खालसा मेरो रूप है खास, खालसा में हो करो निवास। पंज ककार गंगा केस कड़ा किरपान अते कछहरे की मर्यादा स्थापित की थी। इस नाल गुरु जी ने अपने खालसे की प्रतिज्ञा 1.25 लाख से एक लड़ाऊं तबे गोबिंद सिंह नाम कहाऊं पूरी की। वीरता बलिदान अते पराक्रम का अजिहा सुमेल विश्व इतिहास विच उदाहरण बन गया ते सचमुच उन्हां दा यह मंत्र संजीवनी शक्ति बन गया। उन्होंने आदेश दिता कि सभी सिख समान हैं, उन्हां दी एक ही जात है, वो है खालसा जात। अंदरूनी दृष्टि नाल उन्हां इस तरीके नाल ਸਿੰਘਾਂ ਨੂੰ दृढ़ किया कि हर एक सिंह जित प्राप्त करने लई पैदा होया है ते उन्हां उपर सब करतार श्री अकाल पुरख परमात्मा की कृपा है। उन्हां ऐलान किया कि अज तो तुहाडी जात क्षत्री धर्म खालसा पंथ, पिता गुरु गोबिंद सिंह, माता साहिब देवा जी अते जन्म पटना ते वासी आनंदपुर है। इस तरह खालसा सजा के उन्हां सब नूं नवां जन्म दिता। तंबाकू अते शराब ते रोक लगाई गई, औरतों के सन्मान की सौं खवाई गई। उन्हां शस्त्रां तो दूर रहने लई किया गया जिस विच अलग अलग जातियां दे लई अलग अलग नियम बने सन। खालसा पंथ विच शास्त्रां अते शस्त्रां उपर सब दा समान अधिकार लागू किया अते ऊंच नीच जात का भेदभाव मिटाउण का हुक्म दिता। इस दौर विच नर नारी समेत 80,000 लोगों को अमृत छका के खालसा पंथ विच शामिल किया। जी हाँ, गुरु गोबिंद सिंह जी महाराज ने औरतों को सिद्धांतिक ते व्यवहारक रूप विच बराबरी का दर्जा दिता ते माई भागो जी पहली इस्त्री सेनापति बनी। पूरे पंजाब विच खालसा पंथ विच शामिल होने की होड़ लग गई। अज तक जो लोग अपनी जात के छोटे दायरे विच बने हुए सन वो बदल गए। खालसा पंथ विच शामिल होने नाल ही उन्हां दे विचार अते व्यवहार विच गुणात्मक परिवर्तन आ गया। उन्हां दीआं नसां विच एक नवीं ऊर्जा का संचार हो गया। इस तरह श्री गुरु गोबिंद सिंह जी ने एक संत सिपाही की फौज खड़ी कर ली जिसका मकसद से मजलूमां की रक्षा करना। इस तो बाद खालसा पंथ ने बड़ी बहादुरी नाल औरंगजेब ते होर कई देसी राजियां दे क्रोध का सामना भी किया। गुरु गोबिंद सिंह जी की अगवाई विच आज्ञा पई अकाल की तबे चलायो पंथ, सब सिखन को हुक्म है। सब सिखन को हुक्म है।